सतनाम श्री वाहिगुरु साहिब जी। जैसे गोयल गोयली तैसे संसार कूड़ कमावे आदमी बांधे घर बार। जागो जागो सुत्यो चलिया वणजारा। जो आवे सो चल से सब कोई आई वारिया। जिसके जी पुराण है क्यों साहिब मनो विसारिया। ये शरीरा मेरे आ इस जग में आए क्या तुद कर्म कमाया। के कर्म कमाया तुद शरीरा। जा तू जग में आया। क्या तुद कर्म कमाया जग में आके। जग में आके क्या तुद कर्म कमाया जग में आके। जग में आके तुद कर्म कमाया जग में आके। जग में आके क्या तुद कर्म कमाया। 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 क्या तुद कर्म कमाया जग में आके। जग में आके क्या तुद कर्म कमाया जग में आके। जग में आके
परम सत्कारयोग सतगुरां दे साजे निवाजे गुरु रूप गुरु प्यारे गुरु सवारे साध संगत जी, आओ जितना कुछ समा गुरु बाबा जी बख्शिश करते हैं उतना कुछ समा सतगुरु पातशाह जी की पवित्र पावन हजूरी अंदर आपो अपनियां हाजरियां भर के समय और सुवासां नूं सफलिया करन दा यतन करिए, जो कि सत्कारयोग बीबी सुरजीत कौर जी इस मात लोक ते आए सन। मात लोक दी दुनियावी यात्रा पूरी करदिया होया पिछले दिने इस फानी संसार नूं अलविदा कह गए। आपां सारियां नूं हमेशा लई विछोड़ा दे के इस संसार तो कूच कर गए, क्योंकि परमात्मा दा दस्तूर ही अजिहा बनिया है कि जो भी इस संसार ते आया है उसने एक दिन इस संसार नूं अलविदा कह के इस संसार तो चले जाना है। सतगुरु पातशाह जी सानू गुरबाणी दे विच समझावना करते ने। धन श्री गुरु अमरदास महाराज जी सतगुरु पातशाह जी गुरबाणी विच जिक्र करते ने, ए शरीरा मेरेया इस जग में है आए कै क्या तुद कर्म कमाया, कि हे मेरे शरीर इस जगत विच जन्म लैके तू आया है अते आके तू होर ही काम करदा रहा। तू होरना प्रयोजना दे विच ही लग गया। जिस कारज वास्ते जिस काम वास्ते तैनू मनुखा जन्म मिलिया सी वो तू काज कीता ही नहीं, वो काम सवारिया ही नहीं। साहिब जी अगे सानू समझावना करते ने कि कर्म कमाया तुद शरीरा जां तू जग में आया। जदों दा तू संसार विच आया है तू प्रभु सिमरन तो बिना होर काम ही करी जा रहे हैं। साहिब जी कहते ने प्राणी तू आयो लाहा लैन, लगा कित को फकड़े सब मुकदी चली रैन। जिहड़ा साडा मनुखा जन्म है ये बड़ा दुर्लभ है। इस नूं असीं संसार ते आके सफलिया करना सी, सकारथ बनावना सी, लेकिन असीं
ਇਸ ਸੰਸਾਰ 'ਤੇ ਆ ਕੇ ਕੇਵਲ ਸੰਸਾਰਕ ਵਸਤੂਆਂ ਦੇ ਨਾਲ ਮੋਹ ਪਾ ਲਿਆ। ਸੰਸਾਰੀ ਦਾਤਾਂ ਦੇ ਨਾਲ ਸਾਡਾ ਪਿਆਰ ਹੋ ਗਿਆ, ਲੇਕਿਨ ਜਿਹੜਾ ਦਾਤਾਂ ਦੇ ਦੇਣ ਵਾਲਾ ਦਾਤਾਰ ਸੀ ਉਹ ਸਾਨੂੰ ਵਿਸਰ ਗਿਆ। ਸਾਹਿਬ ਜੀ ਕਹਿੰਦੇ ਨੇ, ਦਾਤ ਪਿਆਰੀ ਵਿਸਰਿਆ ਦਾਤਾਰਾ। ਉਹ ਸਿਰਜਣਹਾਰ ਪ੍ਰਭੂ ਪਰਮਾਤਮਾ ਦਾਤਾਂ ਦੇ ਦੇਣ ਵਾਲਾ ਦਾਤਾਰ ਸਾਨੂੰ ਵਿਸਰ ਗਿਆ। ਉਹਦੀਆਂ ਦਾਤਾਂ ਦੇ ਨਾਲ ਸਾਡਾ ਮੋਹ ਪੈ ਗਿਆ। ਸਤਿਗੁਰੂ ਪਾਤਸ਼ਾਹ ਜੀ ਸਾਨੂੰ ਇਹੀ ਸਮਝਾਉਣਾ ਕਰਦੇ ਨੇ ਕਿ ਕੀ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮਹਿ ਆਇਆ। ਜਦੋਂ ਦਾ ਤੂੰ ਇਸ ਸੰਸਾਰ ਦੇ ਵਿੱਚ ਆਇਆ ਹੈ, ਤੂੰ ਪ੍ਰਭੂ ਸਿਮਰਨ ਤੋਂ ਬਿਨਾ ਹੋਰ ਕੰਮਾਂ ਹੀ ਕਰਦਾ ਫਿਰਦਾ ਹੈ। ਹੋਰਨਾਂ ਕੰਮਾਂ ਦੇ ਵਿੱਚ ਹੀ ਸਮਾਂ ਗਵਾਈ ਜਾ ਰਿਹਾ ਹੈ। ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੈ ਜਾਏ। ਇਹ ਹੀਰਿਆਂ ਤੋਂ ਵੀ ਅਮੋਲਕ ਸਾਡਾ ਸਰੀਰ ਹੈ, ਮਨੁੱਖਾ ਜਨਮ ਹੈ। ਲੇਕਿਨ ਅਸੀਂ ਇਸ ਮਨੁੱਖਾ ਸਰੀਰ ਨੂੰ ਕੌਡੀਆਂ ਦੇ ਭਾਅ ਰੋਲ ਦਿੱਤਾ। ਜਿਵੇਂ ਸਾਨੂੰ ਗੁਰਬਾਣੀ ਦੇ ਵਿੱਚ ਵਾਰ-ਵਾਰ ਇਹ ਚੇਤਾਵਨੀ ਦਿੱਤੀ ਗਈ ਹੈ, ਇਹ ਗੱਲ ਸਾਨੂੰ ਸਮਝਾਈ ਗਈ ਹੈ। ਕਿਹੜੀ ਗੱਲ? ਤੁਰ ਜਾਈ ਨਾ ਹਾਰ ਕੇ, ਜਨਮ ਅਮੋਲਕ ਹੀਰਾ। ਤੁਰ ਜਾਈ ਨਾ ਹਾਰ ਕੇ, ਜਨਮ ਅਮੋਲਕ ਹੀਰਾ। ਜਨਮ ਅਮੋਲਕ ਹੀਰਾ। ਤੁਰ ਜੀ ਨਾ ਹਾਰ ਕੇ, ਜਨਮ ਅਮੋਲਕ ਹੀਰਾ। ਜਨਮ ਅਮੋਲਕ ਹੀਰਾ, ਅਮੋਲਕ ਹੀਰਾ। ਜਨਮ ਅਮੋਲਕ ਹੀਰਾ, ਅਮੋਲਕ ਹੀਰਾ। ਤੁਰ ਜੀ ਨਾ ਹਾਰ ਕੇ, ਜਨਮ ਅਮੋਲਕ ਹੀਰਾ। ਤੁਰ ਜੀ ਨਾ ਹਾਰ ਕੇ, ਜਨਮ ਅਮੋਲਕ ਹੀਰਾ।
ਸਾਹਿਬ ਜੀ ਸਾਨੂੰ ਇਹੀ ਗੱਲ ਸਮਝਾਉਣਾ ਕਰਦੇ ਨੇ ਭਾਈ, ਰੈਣ ਗਵਾਈ ਸੋਈ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੈ ਜਾਏ। ਹੀਰਿਆਂ ਤੋਂ ਵੀ ਅਮੋਲਕ ਇਹ ਤੇਰਾ ਮਨੁੱਖਾ ਸਰੀਰ ਹੈ, ਇਹ ਮਨੁੱਖਾ ਜਨਮ ਹੈ। ਕਿਤੇ ਨਾ ਇਹ ਨਾ ਹੋਵੇ ਇਸ ਨੂੰ ਤੂੰ ਕੌਡੀਆਂ ਦੇ ਭਾਅ ਗਵਾ ਲਵੇਂ। ਸਾਹਿਬ ਜੀ ਕਹਿੰਦੇ ਨੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਦਾ ਤੂੰ ਸੰਸਾਰ ਦੇ ਵਿੱਚ ਆਇਆ ਹੈ, ਤੂੰ ਪ੍ਰਭੂ ਸਿਮਰਨ ਤੋਂ ਬਿਨਾ ਹੋਰ ਕੰਮ ਹੀ ਕਰਦਾ ਰਿਹਾ ਹੈ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਜਿਸ ਹਰੀ ਨੇ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਤੂੰ ਆਪਣੇ ਮਨ ਦੇ ਵਿੱਚ ਵਸਾਇਆ ਹੀ ਨਹੀਂ, ਉਸ ਦੀ ਯਾਦ ਵਿੱਚ ਕਦੇ ਜੁੜ ਬੈਠਿਆ ਹੀ ਨਹੀਂ। ਤੇਰਾ ਫਰਜ਼ ਬਣਦਾ ਸੀ ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਤੂੰ ਉਹਦੀ ਯਾਦ ਵਿੱਚ ਜੁੜ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਹੈ ਮੇਰੇ ਸਰੀਰ ਤੇਰੇ ਵੀ ਕੀ ਵਸ ਹੈ, ਜਿਸ ਮਨੁੱਖ ਦੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉਗੜਦੇ ਨੇ, ਗੁਰੂ ਦੀ ਕਿਰਪਾ ਨਾਲ ਉਸ ਦੇ ਮਨ ਵਿੱਚ ਪਰਮਾਤਮਾ ਵਸਦਾ ਹੈ। ਉਹੀ ਹਰੀ ਸਿਮਰਨ ਵਿੱਚ ਜੁੜਦਾ ਹੈ। ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਨਾਨਕ ਆਖਦਾ ਕਿ ਜਿਸ ਮਨੁੱਖ ਨੇ ਗੁਰੂ ਚਰਨਾਂ ਵਿੱਚ ਚਿੱਤ ਜੋੜ ਲਿਆ, ਉਸ ਦਾ ਇਹ ਸਰੀਰ ਸਫਲ ਹੋ ਜਾਂਦਾ ਹੈ। ਉਹ ਮਨੁੱਖ ਉਹ ਮਨੋਰਥ ਪੂਰਾ ਕਰ ਲੈਂਦਾ ਜਿਸ ਵਾਸਤੇ ਇਹ ਬਣਾਇਆ ਗਿਆ ਸੀ। ਬਣਾਇਆ ਕਾਹਦੇ ਵਾਸਤੇ ਸੀ? ਪ੍ਰਾਨੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਸਾਹਿਬ ਜੀ ਕਹਿੰਦੇ ਨੇ ਪ੍ਰਭੂ ਪਰਮਾਤਮਾ ਨੂੰ ਮਿਲਣ ਵਾਸਤੇ ਇਹੀ ਤੇਰਾ ਸਮਾਂ ਸੀ, ਇਹ ਤੇਰੀ ਅਵਸਰ, ਇਹ ਤੇਰੀ ਵਾਰ। ਘਟ ਭੀਤਰ ਤੂੰ ਦੇਖ ਵਿਚਾਰ, ਸਭਨਾ ਮਰਨਾ ਆਇਆ ਵਿਛੋੜਾ ਸਭਨਾਹਾ। ਪੁੱਛੋ ਜਾਏ ਸਿਆਣਿਆ, ਆਗਾ ਮਿਲਨ ਕਿਨਾਹਾ। ਸਤਿਗੁਰੂ ਪਾਤਸ਼ਾਹ ਜੀ ਸਾਨੂੰ ਇਹੀ ਗੱਲ ਸਮਝਾਉਣੀ ਕਰਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਸਾ ਰਾਗ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ। ਸਾਹਿਬ ਜੀ ਕਹਿੰਦੇ ਨੇ ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ।
ਜਿਵੇਂ ਕੋਈ ਗਵਾਲਾ ਪਰਾਈ ਚਰਾਂਦ ਵਿੱਚ ਆਪਣਾ ਮਾਲ ਡੰਗਰ ਚਾਰਨ ਲਈ ਲੈ ਜਾਂਦਾ ਹੈ। ਧਿਆਨ ਦਿਓ, ਗੁਰੂ ਸਾਹਿਬ ਜੀ ਸਾਨੂੰ ਕਈ ਉਦਾਹਰਨਾਂ ਦੇ ਕੇ ਸਮਝਾਉਣਾ ਕਰਦੇ ਨੇ। ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ। ਜਿਵੇਂ ਕੋਈ ਗਵਾਲਾ ਪਰਾਈ ਚਰਾਂਦ ਵਿੱਚ ਆਪਣਾ ਮਾਲ ਡੰਗਰ ਚਾਰਨ ਲਈ ਲੈ ਜਾਂਦਾ ਹੈ, ਤਿਵੇਂ ਇਹ ਜਗਤ ਦੀ ਕਾਰ ਹੈ। ਇਹ ਜਿਹੜਾ ਸੰਸਾਰ ਹੈ ਨਾ, ਇਹ ਸੰਸਾਰ ਆਪਣਾ ਨਹੀਂ, ਇਹ ਪਰਾਇਆ ਹੈ। ਅਸੀਂ ਇਸ ਸੰਸਾਰ ਦੇ ਪਰਦੇਸੀ ਬਣ ਕੇ ਕੁਝ ਸਮਾਂ ਗੁਜ਼ਾਰਨ ਵਾਸਤੇ ਆਏ ਹਾਂ। ਮੇਰੇ ਜੀਅੜਿਆ ਪਰਦੇਸੀਆ, ਕਿਤ ਪਵੈ ਜੰਜਾਲੇ RAM। ਅਸੀਂ ਤੇ ਜੰਜਾਲਾਂ ਦੇ ਵਿੱਚ ਪੈ ਗਏ, ਅਸੀਂ ਤੇ ਪਰਦੇਸੀ ਕੁਝ ਸਮਾਂ ਗੁਜ਼ਾਰਨ ਵਾਸਤੇ ਇਹ ਸੰਸਾਰ 'ਤੇ ਆਏ ਸੀ। ਕੂੜ ਕਮਾਵੇ ਆਦਮੀ ਬੰਦਿਹ ਘਰ ਬਾਰ। ਹੁਣ ਕਈ ਆਦਮੀ ਮੌਤ ਨੂੰ ਭੁਲਾ ਕੇ ਪੱਕੇ ਘਰ ਮਕਾਨ ਬਣਾਉਂਦੇ ਨੇ, ਉਹ ਵਿਅਰਥ ਉਦਮ ਕਰਦੇ ਨੇ। ਸਾਹਿਬ ਜੀ ਕਹਿੰਦੇ ਨੇ ਸਾਰੀ ਉਮਰ ਉਹਨਾਂ ਨੇ ਪ੍ਰਮਾਤਮਾ ਨੂੰ ਵਿਸਾਰ ਕੇ ਆਪਣੇ ਮਹਿਲ ਮਾੜੀਆਂ ਉਸਾਰਨ ਦੇ ਵਿੱਚ ਸਮਾਂ ਲੰਘਾ ਦਿੱਤਾ, ਲੇਕਿਨ ਉਸ ਘਰ ਦੇ ਵਿੱਚ ਅੰਤ ਵੇਲੇ ਇੱਕ ਰਾਤ ਵੀ ਕੋਈ ਰੱਖਣ ਵਾਸਤੇ ਤਿਆਰ ਨਹੀਂ ਹੋਇਆ। ਉਹ ਕਿਉਂ? ਸਾਹਿਬ ਜੀ ਕਹਿੰਦੇ ਨੇ ਤਨ ਤੇ ਪ੍ਰਾਣ ਹੋਤ ਜਬ ਨਿਆਰੇ, ਟੇਰਤ ਪ੍ਰੇਤ ਪੁਕਾਰ ਆਦ ਘੜੀ ਕਉ ਨਹਿ ਰਾਖੈ, ਘਰ ਤੇ ਦੇਤ ਨਿਕਾਰ। ਜਿਸ ਘਰ ਪਰਿਵਾਰ ਨੂੰ ਬਣਾਉਣ ਵਾਸਤੇ ਸਾਰੀ ਉਮਰ ਵਿਅਰਥ ਗਵਾ ਲਈ, ਸਾਰਾ ਸਮਾਂ ਘਰ ਪਰਿਵਾਰ ਬਣਾਉਣ ਦੇ ਵਿੱਚ ਲਗਾ ਦਿੱਤਾ, ਜਦੋਂ ਅੰਤਲਾ ਸਮਾਂ ਆਇਆ, ਅੰਤ ਸਮੇਂ ਉਸ ਬਣੇ ਹੋਏ ਘਰ ਦੇ ਵਿੱਚ ਕੋਈ ਇੱਕ ਰਾਤ ਵੀ ਰੱਖਣ ਵਾਸਤੇ ਤਿਆਰ ਨਹੀਂ ਹੋਇਆ। ਉਸੇ ਵੇਲੇ ਕਹਿਣ ਲੱਗ ਪਏ ਸਮਾਂ ਬਹੁਤ ਹੋ ਗਿਆ, ਜਲਦੀ ਕਰੋ, ਇਸ ਨੂੰ ਸ਼ਮਸ਼ਾਨ ਭੂਮੀ ਵਿੱਚ ਅੰਤਮ ਸੰਸਕਾਰ ਕਰਕੇ ਆਈਏ। ਅੱਧੀ ਘੜੀ ਵੀ ਕੋਈ ਰੱਖਣ ਵਾਸਤੇ ਤਿਆਰ ਨਹੀਂ ਹੋਇਆ। ਸਾਹਿਬ ਜੀ ਕਹਿੰਦੇ ਨੇ ਕਿ ਇਹ ਜੀਵ ਜਾਗੋ ਜਾਗੋ ਸੁਤਿਓ ਚੱਲਿਆ ਵਣਜਾਰਾ। ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਜੀਵੋ, ਹੋਸ਼ ਕਰੋ, ਤੁਹਾਡੇ ਸਾਹਮਣੇ ਤੁਹਾਡਾ ਸਾਥੀ ਜੀਵ ਵਣਜਾਰਾ ਦੁਨੀਆ ਤੋਂ ਸਦਾ ਲਈ ਜਾ ਰਿਹਾ ਹੈ। ਇਸੇ ਤਰ੍ਹਾਂ ਵਾਰੀ ਆਵੇਗੀ, ਪ੍ਰਮਾਤਮਾ ਨੂੰ ਯਾਦ ਰੱਖੋ, ਇੱਕ ਦਿਨ ਤੁਸੀਂ ਵੀ ਚਲੇ ਜਾਣਾ ਹੈ। ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਹਮੇਸ਼ਾ ਵਾਸਤੇ ਇਹ ਸੰਸਾਰ 'ਤੇ ਕੋਈ ਨਹੀਂ ਰਿਹਾ। ਨੇਤ ਨੇਤ ਘਰ ਬਾਂਧੀਆ, ਜੇ ਰਹਿਣਾ ਹੋਈ ਸਦਾ ਟਿਕੇ ਰਹਿਣ ਵਾਲੇ ਘਰ ਤਦੋਂ ਹੀ ਬਣਾਏ ਜਾਂਦੇ ਨੇ, ਜੇ ਇੱਥੇ ਸਦਾ ਟਿਕੇ ਰਹਿਣਾ ਹੋਵੇ। ਆਪਾਂ ਜੀਵ ਤਾਂ ਚਲਾਏ ਮਾਣ ਆ, ਇੱਕ ਉਮਰ ਰੂਪੀ ਰਾਤ ਗੁਜ਼ਾਰਨ ਵਾਸਤੇ ਇਸ ਸੰਸਾਰ ਰੂਪੀ ਘਰ ਦੇ ਵਿੱਚ ਆਏ ਹਾਂ। ਪਿੰਡ ਪਵੈ ਜਿਉ ਚੱਲਸੇ, ਜੇ ਜਾਣਾ ਕੋਈ। ਪਰ ਜੇ ਕੋਈ ਮਨੁੱਖ ਵਿਚਾਰ ਕਰੇ ਤਾਂ ਅਸਲੀਅਤ ਇਹ ਹੈ
ਜਦੋਂ ਜਿੰਦ ਇੱਥੋਂ ਤੁਰ ਪੈਂਦੀ ਹੈ ਤਾਂ ਸਰੀਰ ਵੀ ਢਹਿ ਪੈਂਦਾ, ਨਾ ਸਰੀਰ ਰਹਿੰਦਾ ਤੇ ਨਾ ਜਿੰਦ ਰਹਿੰਦੀ ਹੈ। ਇਹ ਤਾਂ ਜੀਵ ਬਸ ਐਵੇਂ ਹੀ ਮਾਣ ਕਰੀ ਜਾਂਦਾ, ਇਹ ਮੇਰਾ ਉਹ ਮੇਰਾ। ਸਾਹਿਬ ਜੀ ਕਹਿੰਦੇ ਨੇ ਕਿ ਇਹ ਜਿੰਦ ਪਤਾ ਨਹੀਂ ਕਿੱਥੋਂ ਆਈ ਹੈ, ਕਿੱਥੇ ਜਾਣਾ ਹੈ। ਇਹ ਤਾਂ ਜਿੰਦ ਐਵੇਂ ਝੂਠਾ ਮਾਣ ਕਰੀ ਜਾਂਦੀ ਹੈ। ਸਾਹਿਬ ਜੀ ਬਾਣੀ ਵਿੱਚ ਐਸਾ ਜ਼ਿਕਰ ਕਰਦੇ ਨੇ, ਕਿੱਥੋਂ ਆਈ ਹੈ ਪਤਾ ਨਹੀਂ ਕਿੱਥੇ ਜਾਣਾ, ਐਵੇਂ ਕਾਹਦਾ ਮਾਣ ਕਰਦੀ। ਕਿੱਥੋਂ ਆਈ ਹੈ ਪਤਾ ਨਹੀਂ ਕਿੱਥੇ ਜਾਣਾ, ਮਾਣ ਜਿੰਦ ਕਿਹੜੀ ਗੱਲ ਦਾ। ਪਤਾ ਨਹੀਂ ਕਿੱਥੇ ਜਾਣਾ ਨੀ, ਮਾਣ ਜਿੰਦ ਕਿਹੜੀ ਗੱਲ ਦਾ। ਕਿੱਥੋਂ ਆਈ ਹੈ ਪਤਾ ਨਹੀਂ ਕਿੱਥੇ ਜਾਣਾ ਨੀ, ਮਾਣ ਜਿੰਦ ਕਿਹੜੀ ਗੱਲ ਦਾ। ਮਾਣ ਜਿੰਦ ਨੀ ਕਿਹੜੀ ਗੱਲ ਦਾ, ਮਾਣ ਜਿੰਦ ਨੀ ਤੈਨੂੰ ਕਿਹੜੀ ਗੱਲ ਦਾ। ਪਤਾ ਨਹੀਂ ਕਿੱਥੇ ਜਾਣਾ, ਮਾਣ ਜਿੰਦ ਕਿਹੜੀ ਗੱਲ ਦਾ। ਕਿੱਥੋਂ ਆਈ ਐ ਪਤਾ ਨਹੀਂ ਕਿੱਥੇ ਜਾਣਾ ਨੀ, ਮਾਣ ਜਿੰਦ ਕਿਹੜੀ ਗੱਲ ਦਾ। ਕੋਈ ਪਤਾ ਨਹੀਂ ਇਸ ਸਰੀਰ ਤੋਂ ਪਹਿਲਾਂ ਸਾਡੇ ਕੋਲ ਕਿਹੜਾ ਸਰੀਰ ਸੀ, ਕਿਹੜੀ ਅਸੀਂ ਜੂਨ ਦੇ ਵਿੱਚ ਸੀ। ਤੇ ਇਹ ਵੀ ਨਹੀਂ ਪਤਾ ਕਿ ਇਸ ਸਰੀਰ ਤੋਂ ਮਰਨ ਤੋਂ ਬਾਅਦ ਸਾਨੂੰ ਕਿਹੋ ਜਿਹਾ ਸਰੀਰ ਮਿਲਣਾ, ਕਿੱਥੇ ਜਾਣਾ। ਇਹ ਤੇ ਸਾਡਾ ਐਵੇਂ ਇੱਕ ਸੰਸਾਰ ਤੇ ਆ ਕੇ ਮਾਣ ਹੈ, ਪਤਾ ਕੋਈ ਨਹੀਂ। ਜੇ ਕਿਸੇ ਨੂੰ ਪਤਾ ਹੈ ਤਾਂ ਦੱਸੋ। ਕੋਈ ਪਤਾ ਨਹੀਂ
ਮਰ ਕੇ ਜੀਵ ਕਿੱਧਰ ਜਾਂਦਾ, ਕੀ ਬਣਦਾ, ਕੀ ਨਹੀਂ ਬਣਦਾ। ਸਾਹਿਬ ਜੀ ਗੁਰਬਾਣੀ ਦੇ ਵਿੱਚ ਸਾਨੂੰ ਇਹੀ ਸਮਝਾਉਣਾ ਕਰਦੇ ਨੇ, ਪਿੰਡ ਪਵੈ ਜੀਉ ਚੱਲਸੀ ਜੇ ਜਾਣਾ ਕੋਈ। ਪਰ ਜੇ ਕੋਈ ਮਨੁੱਖ ਵਿਚਾਰ ਕਰੇ ਤਾਂ ਅਸਲੀਅਤ ਇਹ ਹੈ ਕਿ ਜਦੋਂ ਜਿੰਦ ਇੱਥੋਂ ਤੁਰ ਪੈਂਦੀ ਹੈ ਨਾ, ਤਾਂ ਸਰੀਰ ਵੀ ਢਹਿ ਢੇਰੀ ਹੋ ਜਾਂਦਾ ਹੈ। ਇਹ ਸਰੀਰ ਹੈ ਹੀ ਓਨਾ ਚਿਰ ਜਿੰਨਾ ਚਿਰ ਸਰੀਰ ਦੇ ਵਿੱਚ ਜਿੰਦ ਹੈ। ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਏ, ਸਾਹੇ ਲਿਖੇ ਨਾ ਚੱਲਨੇ ਜਿੰਦੂ ਕੋ ਸਮਝਾਏ। ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ। ਜਿਹੜੀ ਸਾਡੀ ਜਿੰਦ ਹੈ ਨਾ, ਇਹ ਜਿੰਦ ਸਾਡੀ ਵਹੁਟੀ ਹੈ। ਜਿਹੜੀ ਮੌਤ ਹੈ, ਮੌਤ ਇਸ ਦਾ ਵਰ ਹੈ। ਲੈ ਚੱਲਸੀ ਪਰਨਾਏ। ਪਰਨਾਏ ਕਿਹਾ ਜਾਂਦਾ ਵਿਆਹ ਕੇ ਲੈ ਜਾਣਾ। ਸਾਹਿਬ ਜੀ ਇਹੀ ਗੱਲ ਸਾਨੂੰ ਸਮਝਾਉਣਾ ਕਰਦੇ ਨੇ, ਭਾਈ ਉਹੀ ਕਿਆ ਕਰੋ ਹੈ ਹੋਸੀ ਸੋਈ। ਕਿਸੇ ਸੰਬੰਧੀ ਦੇ ਮਰਨ ਤੇ ਕਿਉਂ ਵਿਅਰਥ ਹਾਏ ਹਾਏ ਕਰਦੇ ਹੋ। ਸਦਾ ਥਿਰ ਤਾਂ ਪ੍ਰਮਾਤਮਾ ਹੀ ਹੈ, ਜੋ ਹੁਣ ਵੀ ਮੌਜੂਦ ਹੈ ਤੇ ਸਦਾ ਮੌਜੂਦ ਰਹੇਗਾ। ਸਾਹਿਬ ਜੀ ਸਾਨੂੰ ਇੱਕ ਹੋਰ ਬਹੁਤ ਵੱਡੀ ਗੱਲ ਸਮਝਾਉਣਾ ਕਰਦੇ ਨੇ। ਕੀ ਸਮਝਾਉਂਦੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ? ਸਾਹਿਬ ਜੀ ਕਹਿੰਦੇ ਨੇ, ਤੁਮ ਰੋਵੋਗੇ ਉਸ ਨੂੰ ਤੁਮ ਕੋ ਕੌਣ ਰੋਈ। ਸਮਝਿਓ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਤੁਮ ਰੋਵੋਗੇ ਉਸ ਨੂੰ ਤੁਮ ਕੋ ਕੌਣ ਰੋਈ। ਜੇ ਤੁਸੀਂ ਆਪਣੇ ਉਸ ਮਰਨ ਵਾਲੇ ਦੇ ਮਰਨ 'ਤੇ ਰੋਂਦੇ ਹੋ ਤਾਂ ਮਰਨਾ ਤਾਂ ਇੱਕ ਦਿਨ ਆਪਾਂ ਵੀ ਹੈ। ਤੇ ਸਾਹਿਬ ਜੀ ਕਹਿੰਦੇ ਨੇ, ਫਿਰ ਤੁਹਾਨੂੰ ਕੌਣ ਰੋਵੇਗਾ। ਧੰਦਾ ਪਿਟੋ ਭਾਈਓ ਤੁਮ ਕੂੜ ਕਮਾਵੋ, ਉਹ ਨਾ ਸੁਣੇ ਕਤ ਹੀ ਤੁਮ ਲੋਕ ਸੁਣਾਵੋ। ਤੁਸੀਂ ਕਿਸੇ ਦੇ ਮਰਨ ਤੇ ਰੋਣ ਦਾ ਵਿਅਰਥ ਪਿਟਣਾ ਪਿਟਦੇ ਵਿਅਰਥ ਕੰਮ ਕਰਦੇ ਹੋ। ਜਿਹੜਾ ਜੀਵ ਇਸ ਸੰਸਾਰ ਤੋਂ ਚਲਾ ਗਿਆ ਨਾ, ਉਹ ਤਾਂ ਤੁਹਾਡਾ ਰੋਣਾ ਬਿਲਕੁਲ ਨਹੀਂ ਸੁਣਦਾ। ਤੁਸੀਂ ਲੋਕਾਚਾਰੀ ਸਿਰਫ ਲੋਕਾਂ ਨੂੰ ਸੁਣਾ ਰਹੇ ਹੋ ਰੋ ਰੋ ਕੇ। ਜਿਸ ਤੇ ਸੁੱਤਾ ਨਾਨਕਾ ਜਾਗਾਏ ਸੋਈ। ਜੀਵ ਦੇ ਕੀ ਵਸ ਹੈ ਨਾਨਕ, ਜਿਸ ਪ੍ਰਮਾਤਮਾ ਦੇ ਹੁਕਮ ਨਾਲ ਜੀਵ ਮਾਇਆ ਦੇ ਮੋਹ ਵਿੱਚ ਸੁੱਤਾ ਹੋਇਆ, ਉਹੀ ਇਸ ਨੂੰ ਜਗਾਉਂਦਾ ਹੈ। ਜੇ ਘਰ ਬੁੱਝੈ ਆਪਣਾ ਤਾਂ ਨੀਂਦ ਨਾ ਹੋਈ। ਪ੍ਰਭੂ ਦੀ ਮਿਹਰ ਨਾਲ ਜੇ ਜੀਵ ਇਹ ਸਮਝ ਲਏ ਕਿ ਇਹ ਮੇਰਾ ਅਸਲ ਘਰ ਕਿਹੜਾ ਹੈ, ਤਾਂ ਉਸ ਨੂੰ ਮਾਇਆ ਦੇ ਮੋਹ ਦੀ ਨੀਂਦ ਨਹੀਂ ਵਿਆਪਦੀ। ਜਦੋਂ ਅਸੀਂ ਕਿਤੇ ਚਲੇ ਜਾਂਦੇ ਹਾਂ ਨਾ ਰਿਸ਼ਤੇਦਾਰੀ ਦੇ ਵਿੱਚ, ਕਈ ਸੱਜਣ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਪਰਾਈ ਜਗ੍ਹਾ 'ਤੇ ਜਾ ਕੇ ਨੀਂਦ ਹੀ ਨਹੀਂ ਪੈਂਦੀ। ਉਹ ਸਾਰੀ ਰਾਤ ਸੁੱਤਿਆਂ ਬਿਤਾ ਦਿੰਦੇ ਨੇ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਤੁਸੀਂ ਤਾਂ ਉੱਥੇ ਇੱਕ ਰਾਤ ਗੁਜ਼ਾਰਨ ਵਾਸਤੇ ਗਏ, ਓਪਰੀ ਜਗ੍ਹਾ 'ਤੇ ਤੁਹਾਨੂੰ ਸਾਰੀ ਰਾਤ ਨੀਂਦ ਨਹੀਂ ਪਈ। ਤੇ ਇਹ ਸੰਸਾਰ ਕਿਹੜਾ ਤੁਹਾਡਾ ਆਪਣਾ ਹੈ? ਇਹ ਵੀ ਤੇ ਆਪਾਂ ਇੱਕ ਪ੍ਰਾਹੁਣਚਾਰੀ ਆਏ ਹਾਂ। ਅਸੀਂ ਮੋਹ ਮਮਤਾ ਦੀ ਅਗਿਆਨਤਾ ਦੀ ਨੀਂਦਰੇ ਸੁੱਤੇ ਪਏ ਹਾਂ। ਇਸੇ ਨੀਂਦ ਦੇ ਵਿੱਚੋਂ ਜਗਾਉਣ ਦਾ ਯਤਨ ਕਰ ਰਹੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ। ਕਹਿੰਦੇ ਨੇ, ਜਾਗੋ ਜਾਗੋ ਸੁੱਤਿਓ ਚੱਲਿਆ ਵਣਜਾਰਾ। ਇਹ ਦੁਨੀਆ ਦੇ ਲੋਗੋ
ਵੇਖਦਿਆਂ ਵੇਖਦਿਆਂ ਸੰਸਾਰ ਤੋਂ ਬੜੇ ਚਲੇ ਗਏ ਤੇ ਇੱਕ ਦਿਨ ਵਾਰੀ ਆਪਣੀ ਵੀ ਆ ਜਾਣੀ ਹੈ। ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਸਾਹਿਬ ਜੀ ਕਹਿੰਦੇ ਨੇ, ਜੇ ਚੱਲਦਾ ਲੈ ਚੱਲਿਆ ਕਿਛ ਸੰਪੈ ਨਾਲੇ, ਜੇ ਕੋਈ ਮਰਨ ਵਾਲਾ ਮਨੁੱਖ ਮਰਨ ਵੇਲੇ ਆਪਣੇ ਨਾਲ ਕੁਝ ਧਨ ਲੈ ਜਾਂਦਾ ਤਾਂ ਧਨ ਸੰਚੋ ਦੇਖ ਕੇ ਬੁੱਝੋ ਵਿਚਾਰੇ। ਤਾਂ ਤੁਸੀਂ ਵੀ ਧਨ ਬੇਸ਼ੱਕ ਜੋੜੀ ਚੱਲੋ, ਵੇਖ ਵਿਚਾਰ ਕੇ ਸਮਝੋ, ਵਣਜ ਕਰੋ ਮਕਸੂਦ ਲੈਹੋ ਮਤ ਪਛਤਾਵੋ। ਸਾਹਿਬ ਜੀ ਕਹਿੰਦੇ ਨੇ, ਜਿਵੇਂ ਆਪਾਂ ਦੁਨਿਆਵੀ ਧਨ ਜੋੜਨ ਵਾਸਤੇ ਦਿਨ ਰਾਤ ਮਿਹਨਤ ਕਰਦੇ ਆ ਨਾ, ਦਿਨ ਰਾਤ ਇੱਕ ਕਰ ਦਿੰਦੇ ਆ, ਖੂਨ ਪਸੀਨਾ ਵਹਾ ਦਿੰਦੇ ਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਆ ਜੀਵ ਜੇ ਤੂੰ ਇੰਨਾ ਕੁ ਜ਼ੋਰ ਪ੍ਰਮਾਤਮਾ ਦੇ ਸਿਮਰਨ 'ਤੇ ਲਾ ਦੇਵੇਂ ਨਾ, ਉਹ ਇੱਥੋਂ ਜਾਣ ਲੱਗਿਆ ਤੇਰੇ ਨਾਲ ਨਿਭੇਗਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੋਂ ਦਾ ਧਨ ਜੋੜਨ ਵਾਸਤੇ ਸਿਕੰਦਰ ਬਾਦਸ਼ਾਹ ਨੇ ਜ਼ੋਰ ਲਾ ਲਿਆ, ਲੇਕਿਨ ਅੰਤ ਵੇਲੇ ਉਹਨੂੰ ਵੀ ਕਹਿਣਾ ਪੈ ਗਿਆ ਕਿ ਜਦੋਂ ਮੇਰੀ ਅਰਥੀ ਉੱਠੇਗੀ ਮੇਰੇ ਹੱਥ ਕਫਨ ਤੋਂ ਬਾਹਰ ਕਰ ਦਿਓ। ਕਹਿਣ ਲੱਗੇ ਕਿਉਂ? ਕਿਉਂਕਿ ਦੁਨੀਆ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਦੁਨੀਆ 'ਤੇ ਰਾਜ ਕਰਨ ਵਾਲਾ ਸਿਕੰਦਰ ਅੱਜ ਖਾਲੀ ਹੱਥੀਂ ਜਾ ਰਿਹਾ। ਫਿਰ ਅਸੀਂ ਜੋੜਨਾ ਕਾਹਦੇ ਵਾਸਤੇ ਹੈ? ਜੋੜੋ, ਇਹ ਨਹੀਂ ਕਿ ਧਨ ਨਹੀਂ ਜੋੜਨਾ, ਧਨ ਜੋੜੋ ਸੱਚੇ ਨਾਮ ਦਾ, ਜਿਹੜਾ ਸਾਡੇ ਲੋਕ ਦੇ ਵਿੱਚ ਵੀ ਕੰਮ ਆਵੇ ਤੇ ਜਿਹੜਾ ਸਾਡੇ ਪਰਲੋਕ ਦੇ ਵਿੱਚ ਵੀ ਕੰਮ ਆਵੇ। ਵਣਜ ਕਰੋ ਮਕਸੂਦ ਲੈਹੋ ਮਤ ਪਛਤਾਵੋ। ਹੁਣ ਹੀ ਸਾਡਾ ਵਣਜ ਵਪਾਰ ਕਰਨ ਦਾ ਸਮਾਂ ਹੈ। ਜਦੋਂ ਸਾਡੇ ਅੰਗ ਜਵਾਬ ਦੇ ਗਏ ਉਦੋਂ ਪਛਤਾਉਣ ਦਾ ਕੀ ਫਾਇਦਾ ਹੈ? ਜਦੋਂ ਸਾਡਾ ਸਰੀਰ ਹੀ ਸਾਡੇ ਸਾਥ ਨਾ ਨਿਭਿਆ, ਇਹ ਆਪਾਂ ਸਰੀਰ ਦਾ ਮਾਣ ਕਰਦੇ ਹਾਂ ਨਾ, ਇਹ ਸਰੀਰ ਕਿਹੜਾ ਆਪਣਾ? ਜਿਹੜੀ ਸਾਡੀ ਜਿੰਦ ਹੈ ਨਾ, ਇਹਦੇ ਵਿੱਚ ਜਿਵੇਂ ਆਪਾਂ ਕਿਤੇ ਜਾ ਕੇ ਕੋਈ ਰੂਮ ਰੈਂਟ 'ਤੇ ਲੈ ਲੈਂਦੇ ਆ, ਕੋਈ ਕਮਰਾ ਕਿਰਾਏ 'ਤੇ ਲੈ ਲੈਂਦੇ ਆ, ਉਹਦੇ 'ਤੇ ਅਸੀਂ ਆਪਣਾ ਹੱਕ ਨਹੀਂ ਜਤਾ ਸਕਦੇ। ਕੋਈ ਉਹਦੇ 'ਤੇ ਹੱਕ ਨਹੀਂ ਜਤਾ ਸਕਦਾ। ਉਹ ਸਮਾਂ ਹੁੰਦਾ, ਮੋਹਲਤ ਹੁੰਦੀ ਹੈ ਕਿ ਇਤਨੇ ਸਮੇਂ ਵਾਸਤੇ ਤੈਨੂੰ ਇਹ ਕਮਰਾ ਕਿਰਾਏ 'ਤੇ ਦਿੱਤਾ। ਤੇ ਹੁਣ ਦੱਸੋ, ਇਹ ਜਿਹੜਾ ਆਪਣਾ ਸਰੀਰ ਹੈ ਇਹਦੇ 'ਤੇ ਆਪਣਾ ਕੋਈ ਹੱਕ ਜਤਾ ਸਕਦਾ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਸਪਸ਼ਟ ਕਹਿ ਦਿੱਤਾ। ਸਾਹਿਬ ਜੀ ਕਹਿੰਦੇ ਨੇ, ਹਮ ਆਦਮੀ ਹਾਂ ਇੱਕ ਦਮੀ, ਮਹੁਲਤ ਮਹੁਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵੋ, ਜਾ ਕੇ ਜੀ ਪ੍ਰਾਣਾ। ਸਾਨੂੰ ਤੇ ਇੰਨਾ ਨਹੀਂ ਭਰੋਸਾ, ਜਿਹੜਾ ਸਵਾਸ ਇੱਕ ਵਾਰ ਸਾਡੇ ਅੰਦਰ ਗਿਆ ਸਾਹ, ਉਹ ਦੁਬਾਰਾ ਮੁੜ ਕੇ ਬਾਹਰ ਆਵੇਗਾ ਕਿ ਨਹੀਂ ਆਵੇਗਾ। ਹਮ ਆਦਮੀ ਹਾਂ ਇੱਕ ਦਮੀ, ਜੇ ਇੱਕ ਦਮ ਆ ਗਿਆ ਤਾਂ ਅਸੀਂ ਆਦਮੀ ਆ, ਨਹੀਂ ਤਾਂ ਫਿਰ ਇਹ ਸਰੀਰ ਮਿੱਟੀ ਦੀ ਢੇਰੀ ਮਿੱਟੀ ਵਿੱਚ ਰਲ ਜਾਣਾ। ਕਾਹਦਾ ਮਾਣ ਕਰਦੇ ਆ? ਕੋਈ ਪਤਾ ਨਹੀਂ ਇਹ ਜਿੰਦ ਕਿੱਥੋਂ ਆਈ ਆ, ਕਿੱਥੇ ਜਾਣਾ, ਕੋਈ ਪਤਾ ਨਹੀਂ। ਐਵੇਂ ਕਾਹਦਾ ਮਾਣ ਪਿਆ ਕਰਦਾ? ਸਾਹਿਬ ਜੀ ਕਹਿੰਦੇ ਨੇ ਕਿ ਧਨ ਇਕੱਠਾ ਕਰ, ਪੂੰਜੀ ਇਕੱਠੀ ਕਰ, ਕਾਹਦੀ? ਸਾਚੇ ਧਨ ਦੀ ਕਮਾਈ ਕਰ। ਹੁਣ ਸੋਚਾਂਗੇ ਕਿ ਮਾਇਆ ਤਾਂ ਮਿਹਨਤ ਕਰਕੇ ਇਕੱਠੀ ਹੋ ਜਾਂਦੀ ਹੈ, ਕੰਮਕਾਰ ਕਰਕੇ, ਬਿਜ਼ਨਸ ਕਰਕੇ, ਕਾਰੋ ਵਿਹਾਰ ਕਰਕੇ, ਵਣਜ ਵਪਾਰ ਕਰਕੇ, ਤੇ ਧਨ, ਇਹ ਨਾਮ ਦਾ ਧਨ ਕਿਵੇਂ ਇਕੱਠਾ ਹੋਵੇਗਾ? ਇਹਦੇ ਵਾਸਤੇ ਸਾਹਿਬ ਜੀ ਕਹਿੰਦੇ ਨੇ
ਕਿ ਜੀਵ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਇਲਾਹੀ ਬਾਣੀ ਦੇ ਨਾਲ ਜੁੜ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜਾ ਕਮਾਲ ਦਾ ਬਚਨ ਕਿਹਾ। ਕਹਿੰਦੇ ਨੇ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਬਜਾਏ। ਇਹ ਦੁਨੀਆਦਾਰੀ ਸਾਰੀ ਦੇਖ ਲਈ ਹੈ, ਕੋਈ ਕਿਸੇ ਦਾ ਨਹੀਂ। ਉਹਨਾਂ ਚਿਰ ਹੈ ਜਿੰਨਾ ਚਿਰ ਧਨ ਪੱਲੇ ਹੈ, ਦੁਨਿਆਵੀ ਧਨ। ਸਤਿਗੁਰੂ ਪਾਤਸ਼ਾਹ ਜੀ ਸਾਨੂੰ ਕਹਿੰਦੇ ਨੇ ਭਾਈ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਿੱਥੇ ਮਾਤਾ ਪਿਤਾ ਭੈਣ ਭਰਾ ਸਖੇ ਸੰਬੰਧੀ ਨੇ, ਕਿਸੇ ਨੇ ਮਿੱਤਰ ਦੋਸਤ ਨੇ ਵੀ ਨਾਲ ਨਹੀਂ ਨਾ ਨਿਭਣਾ, ਉੱਥੇ ਜੇ ਸਾਡਾ ਅੰਮ੍ਰਿਤ ਵੇਲੇ ਜਪਿਆ ਹੋਵੇਗਾ ਨਾਮ, ਉਹ ਸਾਡੇ ਨਾਲ ਨਿਭੇਗਾ। ਗੁਰਬਾਣੀ ਇਹ ਨਹੀਂ ਕਹਿੰਦੀ ਕਿ ਤੂੰ ਘਰ ਦੇ ਕੰਮਾਂ ਤੋਂ ਬਾਗੀ ਹੋ ਜਾ। ਗੁਰਬਾਣੀ ਇਹ ਨਹੀਂ ਕਹਿੰਦੀ ਕਿ ਤੂੰ ਘਰ ਪਰਿਵਾਰ ਨੂੰ ਛੱਡ ਦੇ। ਗੁਰਬਾਣੀ ਇਹ ਵੀ ਨਹੀਂ ਕਹਿੰਦੀ ਕਿ ਤੂੰ ਵਿਹਲੜ ਹੋ ਕੇ ਬਹਿ ਜਾ। ਨਹੀਂ ਨਹੀਂ, ਗੁਰਬਾਣੀ ਤੇ ਸਾਨੂੰ ਇਹ ਗੱਲ ਕਹਿੰਦੀ ਹੈ, ਜੇ ਸੰਸਾਰ 'ਤੇ ਆਏ ਆ, ਜਿਹੜੇ ਪ੍ਰਮਾਤਮਾ ਨੇ ਸਾਨੂੰ ਫਰਜ਼ ਦੇ ਕੇ ਭੇਜਿਆ, ਉਹ ਆਪਣੇ ਦੁਨਿਆਵੀ ਫਰਜ਼ ਵੀ ਨਿਭਾਉਣੇ ਨੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਗ੍ਰਸਤੀ ਜੀਵਨ ਨੂੰ ਪ੍ਰਧਾਨਗੀ ਦਿੱਤੀ ਹੈ। ਘਰ ਪਰਿਵਾਰ ਦੇ ਵਿੱਚ ਰਹਿੰਦਿਆਂ, ਹੱਸਦਿਆਂ ਖੇਡਦਿਆਂ, ਖਾਂਦਿਆਂ ਪੀਂਦਿਆਂ, ਘਰ ਪਰਿਵਾਰ ਵਿੱਚ ਰਹਿੰਦਿਆਂ ਤੂੰ ਪ੍ਰਮਾਤਮਾ ਦੇ ਨਾਮ ਦੀ ਪੂੰਜੀ ਇਕੱਠੀ ਕਰ ਸਕਦਾ। ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਸਾਹਿਬ ਜੀ ਕਹਿੰਦੇ ਨੇ ਨਾਮਾ ਕਹਿਤ ਲੋਚਨਾ, ਮੁਖ ਤੇ ਰਾਮ ਸੰਭਾਲ। ਹਾਥ ਪਾਓ ਕਰ ਕਾਮ ਸਭ ਚੀਤ ਨਰੰਜਨ ਨਾਲ। ਹੱਥਾਂ ਪੈਰਾਂ ਦੇ ਨਾਲ ਦੁਨਿਆਵੀ ਕੰਮ ਕਾਰ ਕਰ, ਤੈਨੂੰ ਰੋਕਦੇ ਨਹੀਂ। ਜਿਹੜਾ ਤੇਰਾ ਮਨ ਹੈ ਨਾ, ਇਹ ਮਨ ਨੂੰ ਨਿਰੰਕਾਰ ਦੇ ਨਾਲ ਜੋੜ ਲੈ। ਮਨ ਤੇਰਾ ਉਸ ਪ੍ਰਮਾਤਮਾ ਦੇ ਨਾਲ ਜੁੜ ਗਿਆ ਤੇ ਤੈਨੂੰ ਖੇਤੀ ਕਰਦਿਆਂ ਵੀ ਪ੍ਰਮਾਤਮਾ ਦੇ ਸੱਚੇ ਧਨ ਦਾ ਜਿਹੜੀ ਪੂੰਜੀ ਹੈ ਉਹ ਤੂੰ ਜਮ੍ਹਾਂ ਕਰ ਸਕਦਾ। ਕੰਮ ਕਾਰ ਕਰਦਿਆਂ ਵੀ, ਪਰਿਵਾਰ ਦੇ ਵਿੱਚ ਰਹਿੰਦਿਆਂ। ਇਸੇ ਤਰ੍ਹਾਂ ਨਾ ਇੱਕ ਸਮੇਂ ਦਾ ਜ਼ਿਕਰ ਆਉਂਦਾ ਹੈ। ਇੱਕ ਰਾਜਾ ਹੋਇਆ, ਉਸ ਦੀ ਇੱਕ ਨਵ ਵਿਆਹੀ ਰਾਣੀ ਸਾਰਾ ਦਿਨ ਹਾਰ ਸ਼ਿੰਗਾਰ ਦੇ ਵਿੱਚ ਹੀ ਬਿਤਾ ਦਿਆ ਕਰੇ। ਰਾਜਾ ਸੀ ਧਰਮੀ, ਉਹ ਕਿਆ ਕਰੇ ਕਿ ਇਹ ਰਾਣੀ ਤੂੰ ਸਾਰਾ ਦਿਨ ਹਾਰ ਸ਼ਿੰਗਾਰ ਦੇ ਵਿੱਚ, ਖਾਣ ਹੰਡਾਉਣ ਦੇ ਵਿੱਚ ਲੰਘਾ ਦਿੰਦੀ ਹੈ। ਕੁਝ ਸਮਾਂ ਪ੍ਰਮਾਤਮਾ ਦਾ ਨਾਮ ਲੈ ਲਿਆ ਕਰ, ਉਸ ਪਰਮ ਪਿਤਾ ਵਾਹਿਗੁਰੂ ਨੂੰ ਯਾਦ ਕਰ ਲਿਆ ਕਰ। ਕੁਝ ਸਮਾਂ ਬਹਿ ਕੇ ਸਿਮਰਨ ਕਰ ਲਿਆ ਕਰ। ਰਾਣੀ ਦਾ ਅੱਗੋਂ ਜਵਾਬ ਸੀ, ਕਹਿਣ ਲੱਗੀ ਹੈ, ਰਾਜਨ ਧਰਮ ਦੀ ਖੁਸ਼ਕ ਗਠੜੀ ਜੇ ਹੁਣ ਤੋਂ ਸਿਰ 'ਤੇ ਰੱਖ ਲਈ, ਇੱਕ ਬਿਪਤਾ ਚੰਬੇੜ ਲੈਣ ਵਾਲੀ ਗੱਲ ਹੋਵੇਗੀ। ਹਜੇ ਬੜੀ ਉਮਰ ਪਈ ਹੈ, ਹਜੇ ਤਾਂ ਖਾਣ ਹੰਡਾਉਣ ਦੇ ਦਿਨ ਨੇ। ਜਦੋਂ ਬੁਢੇਪਾ ਆਵੇਗਾ ਉਦੋਂ ਨਾਮ ਜਪ ਲਵਾਂਗੇ, ਹਜੇ ਤੇ ਬੜਾ ਸਮਾਂ ਪਿਆ। ਰਾਜਾ ਕਹਿਣ ਲੱਗਾ, ਐ ਰਾਣੀ ਇਹ ਤੇਰੀ ਗਲਤ ਫਹਿਮੀ ਹੈ। ਤੂੰ ਕਹਿੰਦੀ ਹੈ ਬੜਾ ਸਮਾਂ ਪਿਆ। ਕਹਾਂ ਬਿਸਾਸਾ ਇਸ ਭਾਂਡੇ ਕਾ ਇਤਨਕ ਲਾਗੈ ਠਣਕਾ। ਇਹ ਸਰੀਰ ਰੂਪੀ ਭਾਂਡੇ ਦਾ ਕੋਈ ਪਤਾ ਨਹੀਂ, ਮਾੜਾ ਜਿਹਾ ਵੀ ਮੌਤ ਰੂਪੀ ਠਣਕਾ ਵੱਜਿਆ, ਇਹ ਸਰੀਰ ਰੂਪੀ ਭਾਂਡੇ ਨੇ ਟੁੱਟ ਜਾਣਾ। ਇਹਦਾ ਕੋਈ ਭਰੋਸਾ ਨਹੀਂ। ਕਹਾਂ ਬਿਸਾਸਾ ਇਸ ਭਾਂਡੇ ਕਾ ਇਤਨਕ ਲਾਗੈ ਠਣਕਾ।
सतगुरु पातशाह जी सानू यही गल समझावना करते ने, खाना पीना हसना सौना विसर गया है मरना, खसम विसार खुआरी कीनी धृग जीवन नहीं रहना। असी तो खांदे आ हंडाउंदे आ मौजां माणदे आ, परमात्मा नूं असीं याद ही नहीं करते। जे आपां किसी दे कोलों आम तौर पर देखिया, जदों आपां किसी बैंक दे विच जांदे आ, किसी दफ्तर दे विच जांदे आ, सानू किसी कागज़ ते साइन करने होण, असीं आला दुआला देखदे आ कि किहदे कोल पैन है। फिर उहदे कोलों पैन लैके आपां सिर्फ 2 अखर लिख के उहनूं पैन वापस दिंदे आ, वापस दे के नाल उहदा असीं धन्नवाद करदे आ ना। हुण तां सौखा जिहा काम है, बस 2 अखर कहे थैंक यू, उहदा धन्नवाद करदे आ। एक गल सोचण वाली है, वो 2 रुपए का पिन वरत के तू उस दा धन्नवाद कर रहा है, ते कदे ये भी सोच जिस परमात्मा ने तैनू ये सुंदर शरीर दिता है, तैनू रहन वास्ते सोहना घर दिता है, तेरे हसन खेडन वास्ते तैनू सोहना परिवार दिता है, कदे अमृत वेले उठ के उहदा धन्नवाद कीता? कदी उस अकाल पुरख का शुक्रिया अदा किया? कदी उस परमात्मा नूं थैंक्स कहा? बड़े विरले होणगे जिहड़े अमृत वेले उठ के पहला अकाल पुरख का धन्नवाद करते हैं, परमात्मा वाहिगुरू तेरा शुक्र है, तेरे भाणे दे अंदर 4 पहर की रात बीती है ते 4 पहर का दिन चढ़िया, सतगुरु जी तेरे भाणे दे विच बतीत करावी। असीं ते उठण सार अपने घर दे जंजालां दे विच पै जाने आ, मंजे ते पए कह देने आ, जा वो फलाणिया फलाणी मोटर देख, रात लाइट चल रही सी, खत्ता भर गया कि रहिंदा है। उठण सार साडे दुनियावी झंबेले चिंबड़ जांदे ने। कदी असीं परमात्मा दा अमृत वेले धन्नवाद नहीं किया। असीं बड़े निशुल्के हो गए। असीं सारा कुछ उहदे कोलों लैके फिर भी उहदा शुक्रिया अदा नहीं करते। फिर साडे नालों वड्डा किरत घान किहड़ा हो सकदा है? ध्यान दिओ, सानू ते परमात्मा ने सुंदर शरीर दिता है, 2 हथ पैर अखां कन नक, बोलण वास्ते जीभ दिती है। कदे उन्हां वाले निगाह मारो जिन्हां दे शरीर ते मिलिया उन्हां दे शरीर दे अंग पूरे नहीं, जिन्हां नूं कन्नां तो नहीं सुनदा उन्हां नूं पुछो कन्नां दी कदर की है। जिहड़े जबान तो बोल नहीं सकते उन्हां नूं पुछो जबान दी कदर की है। जिन्हां नूं अखां तो नहीं दिसदा ना उन्हां नूं पुछो अखां दी कदर की है। असीं ते सारा कुछ लैके फिर भी परमात्मा नूं उलांभे ही दिंदे आ। सजनों ध्यान दिओ, सानू दिन रात दे 100 उलांभे मिलते हैं। गुरबाणी सानू उलांभे दे रही है। हुण आपां किसी कोलों कुछ लैना होवे, जे 10 मिनट अगला लेट हो जाए आपां उलांभा देने आ ना नूं कि तूं जिहड़ी जबान कीती सी वो जबान ते नहीं पूरा उतरिया, जिहड़ा समा किया सी समय ते पूरा नहीं उतरिया। ते हुण जिहड़े सानू उलांभे मिलते हैं, सानू ते दिन रात दे उलांभे मिल रहे हैं। मैं नहीं कह रहा, धन श्री गुरु ग्रंथ साहिब सच्चे पातशाह जी कह रहे हैं। पढ़ो गुरबाणी, 100 उलांभे दिना के, दिन दे सानू 100 उलांभे मिलते हैं। राती मिलन सहंस,
ਰਾਤ ਦੇ ਉਲਾਂਭਿਆਂ ਦਾ ਤੇ ਪਤਾ ਹੀ ਨਹੀਂ ਕਿੰਨੇ ਕੋ ਮਿਲਦੇ ਨੇ। ਕਾਹਦੇ ਵਾਸਤੇ ਉਲਾਂਭੇ ਮਿਲਦੇ ਨੇ? ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਹੰਸ ਬਣਾਇਆ ਸੀ ਮੋਤੀ ਚੁਗਣ ਵਾਸਤੇ, ਲੇਕਿਨ ਇਹ ਹੰਸ ਬਿਰਤੀ ਨੂੰ ਛੱਡ ਕੇ ਬਗਲਿਆਂ ਵਾਲੀ ਬਿਰਤੀ ਲੈ ਕੇ ਕਰੰਗਾ ਵਾੜੀ ਦੇ ਵਿੱਚ ਜਾ ਬੈਠਾ। ਸੱਚ ਦਾ ਵਣਜ ਵਪਾਰ ਛੱਡ ਕੇ ਇਹ ਵਿਸ਼ੇ ਵਿਕਾਰਾਂ ਦੇ ਵਿੱਚ ਪੈ ਗਿਆ। ਹੁਣ ਜਿਹੜਾ ਕੋਈ ਚੰਗਾ ਕੰਮ ਨਹੀਂ ਕਰਦਾ, ਮਾੜਾ ਕੰਮ ਕਰਦਾ, ਮਾੜੇ ਕੰਮ ਵਾਲੇ ਨੂੰ ਕਦੇ ਸ਼ਾਬਾਸ਼ ਮਿਲੀ ਆ? ਆਪਾਂ ਆਪਣੇ 'ਤੇ ਲਾਓ। ਆਪਣਾ ਬੱਚਾ ਕੋਈ ਗਲਤ ਕੰਮ ਕਰ ਦੇਵੇ, ਆਪਾਂ ਉਹਨੂੰ ਘੂਰਦੇ ਹਾਂ। ਆਪਾਂ ਫਿਰ ਚੁਕੰਨੇ ਰਹਿੰਦੇ ਹਾਂ ਕਿ ਕਿਤੇ ਸਾਨੂੰ ਬਾਹਰੋਂ ਉਲਾਂਭਾ ਨਾ ਆ ਜਾਵੇ ਇਹਦਾ। ਅਤੇ ਜਿਹੜੇ ਸਾਨੂੰ ਉਲਾਂਭੇ ਮਿਲਦੇ ਨੇ ਉਹਦੇ ਬਾਰੇ ਅਸੀਂ ਕਦੇ ਸੋਚਿਆ ਹੀ ਨਹੀਂ। ਰਹੋ ਵਿਚਾਰ। ਰਾਣੀ ਕਹਿਣ ਲੱਗੀ, ਧਰਮ ਦੀ ਖੁਸ਼ਕ ਗਠੜੀ ਜੇ ਹੁਣ ਤੋਂ ਸਿਰ 'ਤੇ ਰੱਖ ਲਈ ਤੇ ਇੱਕ ਵਿਪਤਾ ਚਮੇੜ ਲੈਣ ਵਾਲੀ ਗੱਲ ਹੋਵੇਗੀ। ਰਾਜਾ ਕਹਿਣ ਲੱਗਾ, ਨਹੀਂ ਰਾਣੀ, ਤੂੰ ਕਦੇ ਪਰਮਾਤਮਾ ਨੂੰ ਯਾਦ ਕਰ ਲਿਆ ਕਰ, ਕਦੀ ਉਹਦੀ ਯਾਦ ਵਿੱਚ ਜੁੜ ਬੈਠਿਆ ਕਰ। ਰਾਣੀ ਰਾਜੇ ਦਾ ਕਹਿਣਾ ਨਹੀਂ ਮੰਨ ਰਹੀ। ਰਾਜੇ ਦੇ ਚਿਹਰੇ 'ਤੇ ਚਿੰਤਾ ਝਲਕ ਰਹੀ ਹੈ, ਬੜਾ ਉਦਾਸ। ਇੱਕ ਦਿਨ ਇਹ ਆਪਣੀ ਅੰਦਰਲੀ ਚਿੰਤਾ ਉਸਨੇ ਆਪਣੇ ਰਾਜਗੁਰੂ ਨੂੰ ਜਾ ਕੇ ਦੱਸੀ। ਰਾਜਗੁਰੂ ਰਾਣੀ ਨੂੰ ਸਮਝਾਉਣ ਵਾਸਤੇ ਰਾਜੇ ਨੂੰ ਕਹਿਣ ਲੱਗਿਆ ਕਿ ਰਾਜਨ, ਤੂੰ ਆਪਣੀ ਰਾਣੀ ਨੂੰ ਕਹਿ ਕਿ ਉਹ ਜਲਦੀ ਤਿਆਰ ਹੋ ਜਾਵੇ, ਆਪਾਂ ਕਿਤੇ ਸੈਰ ਕਰਨ ਵਾਸਤੇ ਜਾਣਾ। ਰਾਜਾ ਆਪਣੇ ਮਹਿਲਾਂ ਵਿੱਚ ਆਇਆ, ਆ ਕੇ ਕਹਿਣ ਲੱਗਾ, ਰਾਣੀ ਤੂੰ ਜਲਦੀ ਤਿਆਰ ਹੋ, ਆਪਾਂ ਕਿਤੇ ਸੈਰ ਕਰਨ ਵਾਸਤੇ ਜਾਣਾ। ਰਾਣੀ ਨੇ ਝੱਟ ਮਾਰੀ, ਆਪਣਾ ਸਾਰਾ ਹਾਰ ਸ਼ਿੰਗਾਰ ਕਰ ਲਿਆ, ਸੁੰਦਰ ਵਸਤਰ ਪਹਿਨ ਲਏ, ਬੜੀ ਸੁਗੰਧੀ ਵਾਲੀਆਂ ਵਸਤੂਆਂ ਸਰੀਰ 'ਤੇ ਲਾ ਲਈਆਂ ਅਤੇ ਰਾਜੇ ਨੂੰ ਕਹਿਣ ਲੱਗੀ, ਚੱਲੋ ਰਾਜਨ, ਸੁਆਮੀ ਜੀ ਮੈਂ ਤਿਆਰ ਹਾਂ। ਰਾਜਾ ਰਾਣੀ ਨੂੰ ਲੈ ਕੇ ਮਹਿਲਾਂ ਦੇ ਵਿੱਚੋਂ ਨਿਕਲਿਆ। ਬਾਹਰ ਰਾਜਗੁਰੂ ਉਡੀਕ ਰਹੇ ਸਨ। ਰਾਣੀ ਕਹਿਣ ਲੱਗੀ, ਸੁਆਮੀ ਜੀ, ਘੁੰਮਣ ਫਿਰਨ ਵਾਸਤੇ, ਸੈਰ ਕਰਨ ਵਾਸਤੇ ਆਪਾਂ ਜਾਣਾ ਸੀ, ਰਾਜਗੁਰੂ ਤੋਂ ਕੀ ਕਰਾਉਣਾ? ਰਾਜਾ ਕਹਿਣ ਲੱਗਾ, ਚਲੋ ਕੋਈ ਨਹੀਂ, ਵੀ ਅਚਾਨਕ ਆ ਗਏ ਨੇ, ਇਹ ਵੀ ਆਪਣੇ ਨਾਲ ਚੱਲਦੇ ਰਹਿਣਗੇ। ਇਹਨਾਂ ਨੇ ਆਪਣੇ ਪੈਰੀਂ ਤੁਰ ਕੇ ਜਾਣਾ, ਆਪਾਂ ਆਪਣੇ ਪੈਰਾਂ ਨਾਲ ਤੁਰਨਾ। ਚੱਲ ਪਏ। ਮਹਿਲਾਂ ਤੋਂ ਥੋੜ੍ਹੀ ਦੂਰ ਗਏ ਨੇ, ਖੇਤਾਂ ਵਾਲੇ ਪਾਸੇ ਨੂੰ ਹੋ ਗਏ। ਇੱਕ ਮੱਕੀ ਦਾ ਹਰਿਆ ਭਰਿਆ ਖੇਤ ਵੇਖਿਆ। ਦੇਖੋ, ਰਾਜਗੁਰੂ ਦੇ ਰਾਣੀ ਨੂੰ ਸਮਝਾਉਣ ਦਾ ਤਰੀਕਾ ਕਿਹੋ ਜਿਹਾ। ਮੱਕੀ ਦੇ ਹਰੇ ਭਰੇ ਖੇਤ ਦੇ ਵੱਲ ਗਏ। ਰਾਜਗੁਰੂ ਕਹਿਣ ਲੱਗਾ, ਐ ਰਾਣੀ, ਇਸ ਖੇਤ ਦੇ ਵਿੱਚ ਵੜ ਜਾ, ਦੂਸਰੇ ਪਾਸੇ ਅਸੀਂ ਜਾ ਕੇ ਖੜ੍ਹਦੇ ਹਾਂ। ਇਹਦੇ ਵਿੱਚੋਂ ਇੱਕ ਸਿੱਟਾ ਜਿਹੜਾ ਤੈਨੂੰ ਸਭ ਤੋਂ ਚੰਗਾ ਲੱਗੇ ਨਾ, ਜਿਹੜਾ ਤੇਰੇ ਮਨ ਨੂੰ ਚੰਗਾ ਲੱਗੇ, ਉਹ ਤੋੜ ਕੇ ਮੇਰੇ ਵਾਸਤੇ ਲੈ ਆਵੀਂ। ਰਾਣੀ ਕਹਿਣ ਲੱਗੀ, ਰਾਜਗੁਰੂ, ਇਹ ਵੀ ਕੋਈ ਕੰਮ ਹੈ? ਵੜ ਗਈ ਮੱਕੀ ਦੇ ਖੇਤ ਦੇ ਵਿੱਚ। ਸਿੱਟੇ ਬੜੇ ਸੋਹਣੇ ਲੱਗੇ, ਬੜੇ ਚੰਗੇ ਲੱਗੇ, ਬੜੇ ਮਨ ਨੂੰ ਭਾਏ, ਲੇਕਿਨ ਉਹ ਇਹ ਕਹਿੰਦੀ ਹੋਈ ਅੱਗੇ ਵਧੀ ਗਈ ਕਿ ਇਸ ਤੋਂ ਅੱਗੋਂ ਹੋਰ ਚੰਗਾ ਤੋੜਾਂਗੀ, ਇਸ ਤੋਂ ਅੱਗੋਂ ਹੋਰ ਚੰਗਾ ਤੋੜਾਂਗੀ। ਬਸ ਹੋਰ ਅੱਗੇ ਚੰਗਾ ਚੰਗਾ ਕਰਦਿਆਂ ਖੇਤ ਦੇ ਦੂਸਰੇ ਪਾਸੇ ਜਾ ਨਿਕਲੀ। ਰਾਜਗੁਰੂ ਕਹਿਣ ਲੱਗਾ, ਰਾਣੀ, ਮੇਰੇ ਵਾਸਤੇ ਕਿਹੜਾ ਸਿੱਟਾ ਲੈ ਕੇ ਆਈ ਹੈ?
राणी कहन लगी, अफसोस मैं वो काम ना कर सकी जिस वास्ते तुसा मैनू इस मक्की दे हरे भरे खेत दे विच भेजिया सी। राजगुरु कहन लगा, ऐ राणी अगों होर चंगा तोड़ांगे, अगों होर चंगा तोड़ांगे करदियां करदियां सारा खेत लंघ गए, सिटा कोई नहीं तोड़िया। ये संसार दे विच हरे भरे माया दे रंगां दा, हरे भरे माया दे रंगां दे विच वाहिगुरू दे नाम दा एक उत्तम सिटा है। तू नाम जपण दा समा अगे अगे पाई जानी है, कोई पता नहीं ये जिंदगी रूपी खेत कदों तेरा खत्म हो जाना। गज के आखो सतनाम श्री वाहिगुरू। कोई पता नहीं ये जिंदगी रूपी खेत तेरा कदों खत्म हो जाना है। सतगुरु पातशाह जी यही गल सानू कहंदे ने, वणज करो मकसूद लहो मत पछोतावो, अवगुण छोड़ो गुण करो ऐसे तत् भरावो, माड़े काम छड्डो गुण ग्रहण करो, इस तरह असल खट्टी खटो। साहब जी कहंदे ने, भाई ये जे तैनूं मनुखा शरीर मिलिया ना, इस मनुखा शरीर नूं सांभ लै, इहदी संभाल कर लै। ये वार वार नहीं मिलना, इक्को वार ही मिले है। ताही ते गुरबाणी दे विच कह दिता, भाई प्राप्त मानुख देहरिया, गोबिंद मिलन की एह तेरी बरिया। यही तेरी अवसर, यही तेरी बार, घट भीतर तू देख विचार, अपने अंदर झात मार, यही समा है। सो कोई पता नहीं कदों किदी वारी आ जानी है। गुरबाणी ने ते फैसला दे दिता, जो आया सो चलसी, सब कोई आई वारिया, जिसके जी प्राण है क्यों साहिब मनो विसारिया। जो उपजियो सो बिनस है परो आज कै काल, नानक हर गुण गाए ले छाड़ सगल जंजाल। इस तरह संसार दी चलो चाल दे विच सत्कारयोग बीबी सुरजीत कौर जी आए, जेड़े पिछले दिने सानू अचानक सदेवी विछोड़ा दे गए। ये संसार दे जो भी आया है ना, एक दिन सब ने चले जाना है, सब ने चले जाना एक दिन। क्योंकि बीबी सुरजीत कौर अते इन्हां दे दूसरे भैन जी दोनों भैणां अपना समा बतीत कर रहीआं सी। जिवें ज्यों ज्यों तेरा हुक्म तिवै त्यों होवना, जह जह रखै आप तह जाए खड़ोवना। जिव जिव हुक्म तिवै तिवकार, वेखै विगसै कर विचार। जिमें जिमें अकाल पुरख वाहिगुरू का हुक्म हुंदा है ना, ये जीव उस तरह की कार करता है। समा बड़ा बलवान है। बाबा फरीद जी एक सानू बड़ी वधिया गल दस रहे ने। बाबा फरीद जी कहते ने, किथे तैंडे मापिया जिन्नी तू जन ओहे, तै पासों ओए लद गए तू अजय ना पति नहीं होए। कहन लगे कि तेरे माता पिता जन्म देन वाले वो तेरे कोलों बड़ी दूर चले गए ने, ते चला एक दिन तुम ही जाना है। एक दिन सब ने चले जाना है, चलो चली दा मेला है। सानू बाबा फरीद जी समझावना करते ने
कि ਜਿਹੜੇ ਮਾਪਿਆਂ ਨੇ ਤੈਨੂੰ ਜਨਮ ਦਿੱਤਾ ਉਹ ਵੀ ਚਲੇ ਗਏ, ਜਿਨ੍ਹਾਂ ਮਾਪਿਆਂ ਦਾ ਇਹ ਮਾਪਿਆਂ ਨੇ ਜਨਮ ਦਿੱਤਾ ਉਹ ਵੀ ਤੇਰੇ ਕੋਲੋਂ ਦੂਰ ਚਲੇ ਗਏ, ਤੇ ਇੱਕ ਦਿਨ ਵਾਰੀ ਸਾਡੀ ਵੀ ਆ ਜਾਣੀ ਹੈ। ਇਹ ਜਿਹੜੀ ਮੌਤ ਹੈ ਨਾ, ਮੌਤ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੂੰ ਵੀ ਇਸ ਨੇ ਆਪਣੀ ਆਗੋਸ਼ ਦੇ ਵਿੱਚ ਸਮਾ ਲਿਆ। राम गयो रावण गयो, जाको बहु परवार, कहो नानक थिर कछ नहीं, सुपने ज्यों संसार। साहिब जी बाणी विच ऐसा जिक्र करते ने, वड्डे वड्डे दुनिया दे राज, ओ भी खाले काल बली ने, वड्डे वड्डे दुनिया दे राज, ओ भी खाले काल बली ने। ਸਤਿਗੁਰੂ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਸਾਨੂੰ ਇਹੀ ਸਮਝਾਉਣਾ ਕਰਦੇ ਨੇ, ਜਿੱਥੋਂ ਆਪਣੀ ਵਿਚਾਰ ਸ਼ੁਰੂ ਹੋਈ, ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਕੂੜ ਕਮਾਵੇ ਆਦਮੀ ਬੰਧੇ ਘਰ ਬਾਰਾ, ਜਾਗੋ ਸੁਤਿਓ ਚੱਲਿਆ ਵਣਜਾਰਾ। ਇਹ ਦੁਨੀਆ ਦੇ ਲੋਗੋ ਅਗਿਆਨਤਾ ਦੀ ਨਿੰਦਰਾ ਨੂੰ ਛੱਡ ਕੇ ਜਾਗੋ, ਸਾਡੇ ਨਾਲ ਦੇ ਕਈ ਇਹ ਸੰਸਾਰ ਤੋਂ ਚਲੇ ਗਏ ਨੇ, ਅਤੇ ਕਿੱਥੇ ਤੰਡੇ ਮਾਪਿਆ ਜਿੰਨੀ ਤੂੰ ਜਨਿਓਏ, ਤੈ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤੇ ਨਹੀਂ ਹੋਏ। ਬਾਬਾ ਫਰੀਦ ਜੀ ਐਸਾ ਬਚਨ ਕਰਦੇ ਨੇ, ਅੱਜ ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲਡਾਉਂਦੇ ਸੀ, ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲਡਾਉਂਦੇ ਸੀ। ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲਡਾਉਂਦੇ ਸੀ।
किथे तैंडे मापिया जिन्नी तू जने होए, तै पासों ओए लद गए, तू अजय ना पतेनी होए। बाबा फरीद जी कहते ने ये संसार देखदिया संसार सारा कूच करी जा रहा है। कोई पता नहीं कदों किदी वारी आ जानी है। हमेशा मौत नूं याद रखिए तां परमात्मा सानू याद आवेगा, क्योंकि वो परमात्मा सानू दुख वेले याद आउंदा, सुख वेले असी उसनूं कदे याद नहीं करते। ये मैं नहीं कह रहा, धन श्री गुरु ग्रंथ साहिब सच्चे पातशाह जी की इलाही बाणी कह रही है। साहिब जी कहते ने जां को मुश्किल अत बनै, ढोई कोई ना दए, लागू होए दुश्मना साक भी भज खले, सबो भजै आसरा चुकै सब असराओ, चित आवै उस पार ब्रह्म, तां लगै ना तती वाओ। जदों अत दी मुश्किल आण बनती है ना, जदों कोई साडा सहारा नहीं बनता, जां को मुश्किल अत बनै, ढोई कोई ना दए। जिहड़े साडे नेड़ले साक संबंधी हुंदे ने ना, वो भी जदों पासा वट लेंदे ने। जां को मुश्किल अत बनै, ढोई कोई ना दए, लागू होए दुश्मना साक भी भज खले, सबो भजै आसरा चुकै सब असराओ, चित आवै उस पार ब्रह्म, तां लगै ना तती वाओ। इस करके भाई थोड़े चो थोड़ा समा कढ़ के भी परमात्मा की याद नूं अपने अंदर वसाइए। जिन्ना आपां परमात्मा नूं याद करांगे, सिमरन करांगे, उन्नी साडे अंदर उहदी याद बनेगी। जिन्नी साडे अंदर परमात्मा की याद बनेगी, उन्ना ही उहदे नाल साडा लगाव होवेगा। जिन्ना ज़्यादा उहदे नाल लगाव होवेगा, उन्ना साडा उहदे नाल प्यार बनेगा। जिन्ना साडा उहदे नाल प्यार वधेगा, वो फिर साडा मित्र बन जावेगा। जदों परमात्मा साडा मित्र बन गया ना, ते फिर असी परमात्मा दे मित्र हो जावांगे। जे तो मित्र असाडड़ा, हिक भोरी ना विछोड़, जियो महंजा तो मोहिया, कद पसी जाने तोहे। जे परमात्मा साडा मित्र बन गया, वो साडा लोक ते परलोक दा सहायक हो के साडे नाल निभेगा। दुनियावी मित्रताई तां धोखा दे जांदी है। दुनियावी मित्रताई वध तो वध सानू चुक के अपने मोढियां ते शमशान भूमि तक लिजा सकती है, लेकिन जिहड़ी परमात्मा की मित्रताई है, वो परलोक दे विच भी साडे नाल निभदी है। सज्जन सच्चा पातशाहो, सिर शाहां दा शाहो, जिस पास बैठिया सोही है, सबना दा विसाहो। सो आओ इतनियां को बेनतियां प्रवान करनियां। जो सत्कारयोग बीबी सुरजीत कौर जी ये संसार ते आए सन, जिन्नी को सुवासां दी पूंजी उन्होंने मिली, वो सुवासां दी पूंजी नूं पूरिया करदे होए पिछले दिनी परलोक गमन करके उन्हां दी अंतिम अरदास नूं मुख रखदे आपां सारे सखे संबंधी भैन भरा इकत्तर होए आ। आओ आपां रल मिल के सतगुरां दे चरनां विच अरदास बेनती करिए। सतगुरु जी कृपा करियो, उस विछड़ी हुई रूह नूं सदैव काली अपने चरनां दे विच निवास बख्शियो। पिछे परिवार नूं सखे संबंधियां नूं भाणा मन्नण दा, रजा विच रहण दा बल बख्शियो। इतनियां को बेनतियां प्रवान करनियां जी। आउण वाला समा बड़ा भयानक है, सानू गुरु की शरण ग्रहण करनी पवेगी, क्योंकि साहिब जी कहते ने
कि जदों असी परमात्मा की शरण ग्रहण करांगे साडा लोक परलोक का सहायक तो वह बनेगा ही, तो साडी जिहड़ी मत है जिहड़ी पत है उहदा भी राखा परमात्मा फिर आप बन जाता है। नशिਆਂ ਨੂੰ ਛੱਡੋ, विषय विकारां ਨੂੰ ਛੱਡੋ, ਅੰਮ੍ਰਿਤ ਧਾਰੀ हो के धन श्री गुरु ग्रंथ साहिब सच्चे पातशाह जी का लड़ लग के धन गुरु ग्रंथ साहिब सच्चे पातशाह जी को अपना इहो जिहा मित्र बनाइए कि जिहड़ा साडे लोक परलोक साडे नाल निभे। सो इतनियां को बेनतियां प्रवान करनियां। आओ सारे आनंद साहब जी का पाठ श्रवण करिए। उपरंत अरदास हुक्मनामे फिर गुरु की देगा प्राप्त करके जिन्हां संगतां ने अजे तक लंगर पानी नहीं छकिया वो देग लैन तो उपरंत लंगर पानी छक के चाह पानी छक के फिर संगतां ने जान की कृपालता करनी है जी। आओ सारियां रसना आनंद साहब जी का पाठ श्रवण करिए, कोई भी रसना वांझी ना रह जावे। राम कली महला तीजा आनंद को ओंकार सतगुर प्रसाद आनंद पाया मेरी माए सतगुरु मैं पाया। राग रतन परवार परियां शब्द गावन आया। कह नानक आनंद होवा सतगुरु मैं पाया। हर नाल रहो तो मन मेरे दुख सब विसारना। सबना गला समरथ स्वामी सो के मन विसारे। साचे साहिबा क्या नहीं करते रे। सदा सिफत सलाह तेरी नाम मन वसावे। कह नानक सच्चे साहिब क्या नहीं कर तेरा। सच्चा नाम मेरा आधार। कर शांत सुख मन आए वसया जिन इच्छा सब पुजाया। कह नानक सुनो संतो शब्द धरो प्यारो। सच्चा नाम मेरा पंच दूत तुद वास कीते काल कंटक मारिया। कह नानक तै सुख होवा चित घर अनहद वाजे। पार ब्रह्म प्रभ पाया उतरे सगल वसूरे। संत साजन भय सरसे पूरे गुर ते जानी। बिनवंत नानक गुर चरण लागे बाजे अनहद तूर सलोक।
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਨਾਨਕ ਤੇ ਮੁਖ ਉਜਲ ਕੀਤੀ ਛੁੱਟੀ ਨਾਲ ਜਿਨੇ ਨਾਮ ਨਾਨਕ ਤੇ ਮੁਖ ਉਜਲ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਿਆਰ